ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਲੈ ਕੇ ਆਏ ਕਿ ਆਪਣਾ ਕੱਲ ਆਪਾਂ ਕਰਿਆ ਸੀ ਕੰਪਿਊਟਰ ਇੰਟਰੋਡਕਸ਼ਨ। ਉਹਦੇ ਵਿੱਚ ਕੀ ਸੀ, ਆਪਾਂ ਕੰਪਿਊਟਰ ਬਾਰੇ ਇੰਟਰੋਡਕਸ਼ਨ ਕੀਤੀ ਸੀ। ਕੰਪਿਊਟਰ ਕੀ ਚੀਜ਼ ਹੈ ਬੱਚੋ, ਕੀ ਕੁਛ ਇਹਦੇ ਵਿੱਚ ਹੈਗਾ ਗਾ। ਠੀਕ ਹੈ, ਸਿਰਫ ਆਪਾਂ ਇੱਕ ਸਮਝਿਆ ਸੀ ਕੰਪਿਊਟਰ ਨੂੰ। ਅਤੇ ਅੱਜ ਆਪਾਂ ਕਰ ਰਹੇ ਹਾਂ ਕੰਪਿਊਟਰ ਦੀਆਂ ਜਨਰੇਸ਼ਨਾਂ। ਠੀਕ ਹੈ ਜੀ, ਪਹਿਲਾਂ ਆਪਾਂ ਬੇਸਿਕ ਕਲੀਅਰ ਕਰਾਂਗੇ, ਬੇਸਿਕ ਤੋਂ ਬਾਅਦ ਆਪਾਂ IT ਲੈਵਲ ਚੱਕਾਂਗੇ। ਠੀਕ ਹੈ ਜੀ, ਦੇਖੋ ਕੰਪਿਊਟਰ ਜਨਰੇਸ਼ਨ ਕੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਸਮਝੋ, ਜਿਵੇਂ ਹੁਣ ਸਭ ਤੋਂ ਪਹਿਲਾਂ ਕੌਣ ਸੀ, ਆਪਣੇ ਪੜਦਾਦਾ ਸੀ, ਹੈ ਨਾ। ਪੜਦਾਦਾ ਤੋਂ ਬਾਅਦ ਆਪਣਾ ਕੌਣ ਆ ਗਿਆ, ਦਾਦਾ ਆ ਗਿਆ। ਦਾਦਾ ਤੋਂ ਬਾਅਦ ਆਪਣਾ ਪਿਤਾ ਆ ਗਿਆ। ਪਿਤਾ ਤੋਂ ਬਾਅਦ ਆਪਾਂ ਆ ਗਏ। ਆਪਾਂ ਤੋਂ ਬਾਅਦ ਆਪਣੇ ਬੱਚੇ ਆਉਣਗੇ। ਠੀਕ ਹੈ, ਦੇਖੋ ਇਹ ਜਨਰੇਸ਼ਨ ਚੱਲਦੀ ਰਹਿੰਦੀ ਹੈ। ਇਹ ਜਨਰੇਸ਼ਨ ਇਸ ਨੂੰ ਕਹਿ ਦਿੰਦੇ ਆ ਪੀੜ੍ਹੀ ਦਰ ਪੀੜ੍ਹੀ ਜਦੋਂ ਬਦਲਦੀ ਰਹਿੰਦੀ ਹੈ। ਦੇਖੋ ਜਿਹੜੇ ਪਹਿਲਾਂ ਲੋਕ ਹੁੰਦੇ ਸੀ ਉਹ ਥੋੜ੍ਹੇ ਜਿਹੇ ਮਤਲਬ ਇੰਨੇ ਚਲਾਕ ਨਹੀਂ ਹੁੰਦੇ ਸੀ। ਇਸ ਤੋਂ ਬਾਅਦ ਵਾਲੇ ਐਡੂ ਥੋੜ੍ਹੇ ਜਿਹੇ ਮਾਡਰਨ ਹੋ ਗਏ। ਇਸ ਤੋਂ ਬਾਅਦ ਐਡੂ ਮਾਡਰਨ, ਜਿਹੜੇ ਦੋ ਅੱਗੇ ਆਉਣਗੇ ਆਪਾਂ ਤੋਂ ਵੀ ਜ਼ਿਆਦਾ ਮਾਡਰਨ ਹੋਣਗੇ। ਠੀਕ ਹੈ ਜੀ, ਤਾਂ ਇਹਦਾ ਮਤਲਬ ਹੁੰਦਾ ਜਨਰੇਸ਼ਨ ਇਹ ਚੀਜ਼ ਨੂੰ ਕਹਿ ਦਿੰਦੇ ਆ ਪੀੜ੍ਹੀ ਦਰ ਪੀੜ੍ਹੀ ਜਦੋਂ ਬਦਲਦੀ ਰਹਿੰਦੀ ਹੈ, ਉਹਨੂੰ ਕਹਿੰਦੇ ਜਨਰੇਸ਼ਨ। ਉਹ ਜਿਵੇਂ ਮਨੁੱਖਤਾ ਦੀ ਜਨਰੇਸ਼ਨ ਆ, ਉਵੇਂ ਜਿਵੇਂ ਕੰਪਿਊਟਰ ਦੀ ਜਨਰੇਸ਼ਨ ਵੀ ਚੱਲੀ ਸੀ। ਸਭ ਤੋਂ ਪਹਿਲਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਹਿਲਾਂ ਮੋਬਾਇਲ ਚੱਲੇ ਹੁੰਦੇ, ਜਿਵੇਂ ਨਿੱਕਾ ਜਿਹਾ ਮੋਬਾਇਲ ਹੁੰਦਾ ਸੀ ਮਟਰੋਲਾ ਦਾ। ਸਭ ਤੋਂ ਪਹਿਲਾਂ ਆਇਆ ਸੀ ਮਟਰੋਲਾ ਦਾ ਮੋਬਾਇਲ। ਸਭ ਤੋਂ ਛੋਟਾ ਜਿਹਾ ਮੋਬਾਇਲ ਸੀ ਜਿਹੜਾ ਪਹਿਲੀ ਵਾਰ ਆਇਆ ਸੀ, 3300-3400 ਪ੍ਰਾਈਸ ਸੀ ਉਹ ਮੋਬਾਇਲ ਦਾ। ਉਦੋਂ ਕੀ ਹੁੰਦਾ ਸੀ, ਉਦੋਂ ਜਦੋਂ ਆਪਾਂ ਕਿਸੇ ਨੂੰ ਫ਼ੋਨ ਕਰਨਾ ਸੀ ਉਹ ਤਾਂ ਪੈਸੇ ਪੈਣੇ ਸੀ। ਜਦੋਂ ਆਪਾਂ ਫ਼ੋਨ ਸੁਣਦੇ ਸੀ ਤਾਂ ਸੁਣਨ ਦੇ ਵੀ ਪੈਸੇ ਪੈਂਦੇ ਹੁੰਦੇ ਸੀ, ਜਦੋਂ ਮੋਬਾਇਲ ਪਹਿਲੀ ਵਾਰ ਚੱਲੇ ਸੀ। ਠੀਕ ਹੈ, ਇਸ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਅੱਜ ਦੇ ਟਾਈਮ ਦੇ ਵਿੱਚ ਸਾਰਾ ਕੁਛ ਅਨਲਿਮਿਟਡ ਆ, ਫਰੀ ਹੈਗਾ ਇੱਕ ਪੈਕ ਪਵਾ ਕੇ। ਓਕੇ ਜੀ, ਇਹ ਹੁੰਦੇ ਜਨਰੇਸ਼ਨ। ਦੇਖੋ ਸਭ ਤੋਂ ਪਹਿਲਾਂ ਕੀ ਮਤਲਬ ਆ ਸਮਝ ਗਏ। ਜਿਵੇਂ ਜਿਵੇਂ ਸਾਡੇ ਜੀਵਨ ਨੂੰ ਸਾਇੰਸ ਨੇ ਬਦਲਿਆ ਹੈ, ਉਵੇਂ ਉਵੇਂ ਜੀਵਨ ਵਿੱਚ ਸਾਡੇ ਕੰਮਾਂ ਦੇ ਮਸ਼ੀਨਾਂ ਦਾ ਵਿਕਾਸ ਹੋਇਆ ਹੈ। ਠੀਕ ਹੈ, ਸਮੇਂ ਦੇ ਬਦਲ ਦੇ ਨਾਲ ਹਰ ਚੀਜ਼ ਨੂੰ ਸਮੇਂ ਦੇ ਅਨੁਸਾਰ ਬਦਲਣਾ ਪੈਂਦਾ ਹੈ। ਉਸੇ ਤਰ੍ਹਾਂ ਹੀ ਕੰਪਿਊਟਰ ਯੁੱਗ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ, ਜਿਸ ਬਾਰੇ ਅਸੀਂ ਅੱਜ ਪਾਠ ਦੇ ਵਿੱਚ ਚਰਚਾ ਕਰਾਂਗੇ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾਂ ਤਾਂ ਭਾਈ ਤੁਸੀਂ ਵੀਡੀਓ ਲਾਈਕ ਕਰੋ, ਪਹਿਲਾਂ ਲਾਈਕ ਕਰੋ, ਇਹ ਤੋਂ ਬਾਅਦ ਅੱਗੇ ਵਧਾਂਗੇ। ਹੁਣ ਆਪਾਂ ਦਬਾ ਲਾਈਕ ਕਰ ਦਿਓ। ਠੀਕ ਹੈ, ਇੱਕ ਆਪਣਾ ਚੈਨਲ ਸ਼ੇਅਰ ਕਰਦਿਆ ਕਰੋ, ਇੱਕ ਸਬਸਕ੍ਰਾਈਬ ਕਰਦਿਆ ਕਰੋ। ਸਬਸਕ੍ਰਾਈਬ ਕਿਵੇਂ ਹੁੰਦਾ, ਇਹ ਥੱਲੇ ਤੁਹਾਡੇ ਐਂ ਲਾਲ ਜੀ ਲਾਈਨ ਹੋਊਗੀ ਅਤੇ ਸਬਸਕ੍ਰਾਈਬ ਲਿਖਿਆ ਹੋਊਗਾ, ਉਹ ਕਰ ਦਿਓ। ਓਕੇ ਜੀ, ਇਸ ਤੋਂ ਬਾਅਦ ਆ ਗਿਆ ਆਪਣਾ ਕਰਤਾ ਲਾਈਕ, ਵੀਡੀਓ ਲਾਈਕ ਕਰਤੀ, ਪਹਿਲਾਂ ਦੱਸੋ। ਦੇਖੋ ਜੀ ਦਾ ਕੀ ਮਤਲਬ ਹੈ, ਆਪਾਂ ਨੂੰ ਪੇਪਰ ਦੇ ਵਿੱਚ ਪੱਕਾ ਸਿੱਧਾ ਪੁੱਛਿਆ ਜਾਣਾ ਕਿ ਕੰਪਿਊਟਰ ਦੇ ਵਿੱਚ ਜੀ ਦਾ ਕੀ ਮਤਲਬ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਬੱਚਿਓ ਕਿ ਭਾਈ ਮੇਰੇ ਕੋਲ ਤਾਂ 4G ਨੈੱਟ ਚੱਲਦਾ, ਹੁਣ 5G ਨੈੱਟ ਆਊਗਾ। ਪਹਿਲਾਂ 3G ਚੱਲਦਾ ਹੁੰਦਾ ਸੀ, ਇਸ ਤੋਂ ਪਹਿਲਾਂ 2G ਚੱਲਦਾ ਹੁੰਦਾ ਸੀ। ਤਾਂ 2G 3G 2G 4G 5G ਇਹਨਾਂ ਦੇ ਵਿੱਚ ਜੀ ਦਾ ਕੀ ਮਤਲਬ ਹੈ ਬੱਚੇ। ਇਹਦੇ ਵਿੱਚ ਜੀ ਦਾ ਮਤਲਬ ਹੋਏਗਾ ਜਨਰੇਸ਼ਨ। ਸਿੱਧਾ ਆਪਰੇਸ਼ਨ ਆ ਸਕਦਾ ਹੈਗਾ, ਆਇਆ ਵਾ ਆਪਰੇਸ਼ਨ। ਠੀਕ ਹੈ ਜੀ, ਆਇਆ ਹੋਇਆ ਆਪਰੇਸ਼ਨ 2-3 ਵਾਰੀ ਆਇਆ ਹੋਇਆ ਪੇਪਰ ਦੇ ਵਿੱਚ ਕਿ 4G 5G ਦੇ ਵਿੱਚ ਜੀ ਦਾ ਕੀ ਮਤਲਬ ਹੈ। ਤਾਂ ਜੀ ਦਾ ਮਤਲਬ ਹੈਗਾ ਬੱਚੋ ਜਨਰੇਸ਼ਨ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਕੰਪਿਊਟਰ ਦੀ ਹਿਸਟਰੀ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਵੇਕਸ। ਪ੍ਰਾਚੀਨ ਸਮੇਂ ਦੇ ਵਿੱਚ ਗਣਨਾ ਦੇ ਲਈ ਉਪਯੋਗ ਕੀਤਾ ਜਾਂਦਾ ਹੈ। ਇਸ ਦਾ ਉਪਯੋਗ ਗਣਨਾ ਕਰਨ ਲਈ ਕੀਤਾ ਜਾਂਦਾ ਸੀ ਅਤੇ ਇਸ ਵਿੱਚ ਤਾਰੇ ਮੋਤੀਆਂ ਨਾਲ ਗਣਨਾ ਕੀਤੀ ਜਾਂਦੀ ਸੀ। ਇਹ ਵਿਚਕਾਰ ਚੀਨ ਨੇ ਕੀਤਾ ਸੀ। ਇਹ 'ਚ ਆਪਰੇਸ਼ਨ ਕੀ ਬਣਨਾ, ਇਹ 'ਚ ਆਪਰੇਸ਼ਨ ਇਹ ਬਣਨਾ ਕਿ ਜਿਹੜਾ ਅਵੇਕਸ ਹੈਗਾ, ਇਸ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਸੀ, ਗਿਣਤੀ ਲਈ ਕੀਤੀ ਜਾਂਦੀ ਸੀ। ਦੂਸਰੀ ਗੱਲ, ਇਸ ਦਾ ਅਵਿਸ਼ਕਾਰ ਕਿਹਨੇ ਕੀਤਾ ਸੀ, ਚੀਨ ਨੇ। ਠੀਕ ਹੈ, ਇਹਦੇ ਵਿੱਚ ਮੋਤੀ ਜਿਹੇ ਹੁੰਦੇ ਸੀ। ਆਹ ਦੇਖੋ, ਆਹ ਬਈ ਅਵੇਕਸ ਦੀ ਫੋਟੋ ਹੈ। ਇਹ ਤੁਹਾਨੂੰ PDF ਸਾਰਾ ਸੇਮ ਟੂ ਸੇਮ ਮਿਲ ਜੂਗਾ, ਟੈਨਸ਼ਨ ਨਾ ਮੰਨੋ ਤੁਸੀਂ। ਇਹ ਤੁਹਾਡੇ ਵਾਸਤੇ ਬਣਾਇਆ ਮੈਂ, ਇਹ ਕੀ ਕਰਨਾ ਇਹ। ਠੀਕ ਹੈ, ਆਹ ਦੇਖੋ, ਆਹ ਅਵੇਕਸ ਹੈ, ਆਹ ਮੋਤੀ ਹੈ। ਠੀਕ ਹੈ ਭਾਈ, ਇਵੇਂ ਮੈਂ ਤੁਹਾਨੂੰ ਦੱਸੀ, ਮੈਨੂੰ ਪਤਾ ਨਹੀਂ ਕਿਹਦੇ 'ਚ ਕਿਵੇਂ ਗਿਣਤੀ ਕਰਦੇ ਹੁੰਦੇ, ਕਿਉਂਕਿ ਉਹਨਾਂ ਟਾਈਮਾਂ ਦੇ ਲੋਕਾਂ ਨੂੰ ਪਤਾ ਹੈਗਾ ਜਿਹੜੇ ਉਹ ਟਾਈਮਾਂ ਦੇ ਵਿੱਚ ਗਿਣਤੀ ਕਰਦੇ ਸੀ। ਇੰਨਾ ਪਤਾ ਕੀ ਆ, ਮੋਤੀਆਂ ਜੀ ਜਿਹੜੇ ਵਿੱਚ ਮੋਤੀ ਜੀ ਆ, ਠੀਕ ਹੈ, ਇਹਨਾਂ ਦੇ ਨਾਲ ਗਿਣਤੀ ਹੁੰਦੀ ਸੀ ਉਹ ਟਾਈਮਾਂ ਦੇ ਵਿੱਚ। ਓਕੇ ਜੀ, ਬਸ ਤੁਸੀਂ ਇਕੱਲੀ ਫੋਟੋ ਦੇਖ ਲਓ, ਇਹ 'ਚ ਕੋਈ ਸਮਝਣ ਦੀ ਲੋੜ ਨਹੀਂ। ਬਸ ਇਹ ਯਾਦ ਕਰ ਲਓ ਕਿ ਚੀਨ ਨੇ ਕਿਹਦਾ ਅਵਿਸ਼ਕਾਰ ਕੀਤਾ ਸੀ, ਇਹਦਾ। ਅਤੇ ਸਭ ਤੋਂ ਪਹਿਲਾਂ ਕਿਹਦਾ ਕੀਤਾ ਗਿਆ ਸੀ, ਅਵੇਕਸ ਦਾ। ਇਹ ਤੋਂ ਬਾਅਦ ਆ ਗਿਆ ਪਾਸਕਲ। ਸਭ ਤੋਂ ਪਹਿਲੀ ਗੱਲ ਤਾਂ ਇਹੀ ਪ੍ਰਸ਼ਨ ਵਾਲਾ ਪੁੱਛਿਆ ਜਾਂਦਾ ਕਿ ਜਿਹੜਾ ਪਾਸਕਲ ਕੈਲਕੂਲੇਟਰ ਹੈ, ਇਹਨੂੰ ਪਾਸਕਲੀਨ ਵੀ ਕਹਿ ਦਿੰਦੇ ਆ। ਠੀਕ ਹੈ, ਇਸ ਨੂੰ ਕਿਸ ਨੇ ਬਣਾਇਆ ਸੀ, ਕੌਣ ਇਹਦਾ ਫਾਦਰ ਹੈਗਾ। ਇਹਦਾ ਫਾਦਰ ਹੈਗਾ ਬੱਚਿਓ ਬਲੇਜ ਪਾਸਕਲ। ਬਲੇਜ ਪਾਸਕਲ ਨੇ ਬਣਾਇਆ ਸੀ ਪਾਸਕਲ ਕੈਲਕੂਲੇਟਰ। ਇਹ ਕੰਪਿਊਟਰ ਨਹੀਂ ਹੈਗਾ, ਧਿਆਨ ਨਾਲ ਸੁਣ ਲਓ, ਇਹ ਕੰਪਿਊਟਰ ਨਹੀਂ ਹੈਗਾ, ਪਾਸਕਲ ਕੈਲਕੂਲੇਟਰ ਹੈ। ਇਹ ਗਣਨਾ ਕਰਨ ਵਾਸਤੇ ਬਣਾਇਆ ਸੀ, ਮਕੈਨੀਕਲ ਕੈਲਕੂਲੇਟਰ। ਠੀਕ ਹੈ, ਇਹਨੂੰ ਐਡਿੰਗ ਮਸ਼ੀਨ ਵੀ ਕਿਹਾ ਜਾਂਦਾ ਹੈਗਾ। ਡਾਇਰੈਕਟ ਪ੍ਰਸ਼ਨ ਪੁੱਛਿਆ ਜਾਣਾ ਹੈ ਕਿ ਕਿਹੜਾ ਕੈਲਕੂਲੇਟਰ ਆ ਬਾਈ ਜਿਹਨੂੰ ਐਡਿੰਗ ਮਸ਼ੀਨ ਵੀ ਕਿਹਾ ਜਾਂਦਾ, ਤਾਂ ਉਹ ਕਿਹਾ ਜਾਂਦਾ ਪਾਸਕਲ ਨੂੰ। ਪਾਸਕਲ ਕਿਹਨੇ ਬਣਾਇਆ ਸੀ, ਬਲੇਜ ਪਾਸਕਲ ਨੇ। ਇਹਦੇ ਵਿੱਚ ਇੰਟਰਲੋਕਿੰਗ ਹੁੰਦੀ ਸੀ। ਆਹ ਦੇਖੋ, ਆਹ ਕੀ ਆ ਭਾਈ, ਪਾਸਕਲੀਨ ਦੀ ਫੋਟੋ ਹੈ। ਆਹ ਕੈਲਕੂਲੇਟਰ ਹੁਣ ਤਾਂ ਨਿੱਕੇ ਜਿਹੇ ਕੈਲਕੂਲੇਟਰ ਹੋਣ ਲੱਗ ਗਿਆ। ਦੇਖੋ ਆਹ ਨੰਬਰ ਨਹੀਂ ਆਈ ਜਾਂਦੇ ਵਿੱਚ। ਇੱਕ ਮਿੰਟ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ।
ਆ ਦੇਖੋ ਆ ਨੰਬਰ ਪਾਇਆ 3 5 8 3 2 8। ਦੇਖੋ ਇਹ ਨੰਬਰ ਹੈਗੇ, ਇਹਨਾਂ ਦੇ ਮੁਤਾਬਕ ਇਹਦੇ ਜਿਹੜੇ ਹਿਸਾਬ 'ਤੇ ਇਹਨੂੰ ਚੱਲਦਾ ਹੋਗਾ ਸਿਸਟਮ, ਉਸ ਹਿਸਾਬ 'ਤੇ ਇਹਦੇ ਨਾਲ ਇਹ ਕੀ ਕਰਦੇ ਸੀ ਬੱਚਿਓ, ਆਪਣੀ ਉਹ ਕਰਦੇ ਸੀ ਜਨਗਣਨਾ, ਆ ਗਿਣਤੀ ਕਰਦੇ ਸੀ। ਇਸ ਤੋਂ ਬਾਅਦ ਆ ਗਿਆ ਐਨਾਲਿਟਿਕ ਇੰਜਨ। ਇਹ ਬਹੁਤ ਮਹੱਤਵਪੂਰਨ ਹੈ। ਐਨਾਲਿਟਿਕ ਇੰਜਨ ਦੇ ਵਿੱਚੋਂ ਕੀ ਪ੍ਰਸ਼ਨ ਬਣਦਾ ਹੈ, ਐਨਾਲਿਟਿਕ ਦੇ ਵਿੱਚੋਂ ਇਹ ਪ੍ਰਸ਼ਨ ਬਣਦਾ ਕਿ ਇਸ ਦੀ ਖੋਜ ਕਿਹਨੇ ਕੀਤੀ ਸੀ। ਇਹਦੀ ਖੋਜ ਕੀਤੀ ਸੀ ਚਾਰਲਸ ਬਬੇਜ ਨੇ। ਚਾਰਲਸ ਬਬੇਜ ਕੌਣ ਆ ਭਾਈ, ਇਹ ਹੈਗਾ ਚਾਰਲਸ ਬਬੇਜ ਕੰਪਿਊਟਰ ਦਾ ਪਿਤਾ। ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ, ਚਾਰਲਸ ਬਬੇਜ ਨੂੰ। ਅਤੇ ਆਧੁਨਿਕ ਕੰਪਿਊਟਰ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਹੈਗਾ, ਜੌਨ ਬੌਨ ਨਿਊਮਨ ਨੂੰ। ਇਹ ਗੱਲ ਯਾਦ ਰੱਖیں, ਜੇ ਤਾਂ ਆ ਕੇ ਆਪਾਂ ਨੂੰ ਇਕੱਲਾ ਪੁੱਛ ਲੈਣਾ ਕਿ ਇਕੱਲਾ ਭਾਈ ਕੰਪਿਊਟਰ ਦਾ ਪਿਤਾ ਕੌਣ ਹੈ, ਫਿਰ ਤਾਂ ਆਪਾਂ ਲਿਖਾਂਗੇ ਚਾਰਲਸ ਬਬੇਜ। ਜੇ ਉਹਨੇ ਲਿਖਤਾ ਕਿ ਆਧੁਨਿਕ ਮਾਡਰਨ ਕੰਪਿਊਟਰ, ਫਾਦਰ ਆਫ ਮਾਡਰਨ ਕੰਪਿਊਟਰ ਪੁੱਛ ਲਿਆ ਜੀ ਉਹਨਾਂ ਨੇ, ਫਾਦਰ ਆਫ ਮਾਡਰਨ ਕੰਪਿਊਟਰ, ਉਹ ਹੈਗਾ ਜੌਨ ਬੌਨ ਨਿਊਮਨ। ਇਸ ਨੇ ਪਹਿਲਾਂ ਡਿਫਰੈਂਸ ਇੰਜਨ ਬਣਾਇਆ ਸੀ, ਤੋਂ ਬਾਅਦ ਐਨਾਲਿਟਿਕ ਇੰਜਨ ਬਣਾਇਆ ਸੀ। ਠੀਕ ਹੈ, ਪਹਿਲਾਂ ਡਿਫਰੈਂਸ ਇੰਜਨ ਬਣਾਇਆ ਸੀ ਅਤੇ ਫਿਰ ਐਨਾਲਿਟਿਕ। ਡਿਫਰੈਂਸ ਇੰਜਨ ਇਹਦਾ ਫੇਲ ਹੋ ਗਿਆ ਸੀ ਅਤੇ ਬਾਅਦ ਵਿੱਚ ਫਿਰ ਇਹਨੇ ਐਨਾਲਿਟਿਕ ਇੰਜਨ ਬਣਾਤਾ ਸੀ। ਓਕੇ ਜੀ, ਵੀ ਪੁੱਛਣਾ ਦੀ ਕਿਹੜਾ ਐਨਾਲਿਟਿਕ ਦੇ ਡਿਫਰੈਂਸ ਦੇ ਵਿੱਚ ਉਹਦਾ ਕਿਹੜਾ ਪਹਿਲਾਂ ਫੇਲ ਹੋ ਗਿਆ ਸੀ, ਤਾਂ ਡਿਫਰੈਂਸ ਫੇਲ ਹੋ ਗਿਆ ਸੀ ਇਹਦਾ। ਕਿਹਨੇ ਖੋਜ ਕਰੀ ਇਹਦੀ, ਚਾਰਲਸ ਬਬੇਜ ਨੇ। ਫਾਦਰ ਕੌਣ ਹੈ, ਚਾਰਲਸ ਬਬੇਜ। ਆਧੁਨਿਕ ਕੰਪਿਊਟਰ ਦਾ ਕੌਣ ਹੈ, ਨਿਊਮਨ। ਇੱਥੋਂ ਪ੍ਰਸ਼ਨ ਬਣਨਗੇ। ਦੇਖੋ ਦੋ ਚੀਜ਼ਾਂ ਹੁੰਦੀਆਂ ਬੱਚਿਓ, ਅੱਧੇ ਪ੍ਰਸ਼ਨ ਦਾ ਬਣਦੇ ਹੁੰਦਾ ਕੁਐਸਚਨ ਆਨਸਰਾਂ ਦੇ ਵਿੱਚੋਂ, ਅੱਧੀ ਕਵਰ ਤਾਂ ਕੰਪਿਊਟਰ ਹੋਊਗਾ ਆਪਣਾ ਕੁਐਸਚਨ ਆਨਸਰਾਂ ਦੇ ਵਿੱਚੋਂ, ਅੱਧਾ ਹੁੰਦਾ ਥਿਊਰੀ ਦੇ ਵਿੱਚੋਂ ਕਵਰ। ਤਾਂ ਕਰਕੇ ਆਪਾਂ ਦੋਨੇ ਚੀਜ਼ਾਂ ਰਲ ਕੇ ਚੱਲਾਂਗੇ। ਕੱਲ੍ਹ ਨੂੰ ਭਾਈ ਥੋੜ੍ਹਾ ਟੈਸਟ ਹੈਗਾ, ਪਹਿਲਾ ਅਤੇ ਦੂਸਰਾ ਚੈਪਟਰ ਜਿਹੜਾ ਮੈਂ ਕਰਵਾਇਆ ਹੈਗਾ, ਇਹਦਾ ਕੱਲ੍ਹ ਨੂੰ ਟੈਸਟ ਥੋੜ੍ਹਾ ਜਿਹਾ ਇੱਕ ਹੋ ਰਿਹਾ ਵਿੱਚ, ਉਹ ਕਰਵਾ ਕੇ ਕੱਲ੍ਹ ਨੂੰ ਟੈਸਟ ਵੀ ਪਾਊਂਗਾ ਇਹਨਾਂ ਦੋਨਾਂ ਦਾ ਮੈਂ ਤੁਹਾਨੂੰ। ਠੀਕ ਹੈ, ਆਹ ਦੇਖੋ ਭਾਈ, ਆਹ ਹੈਗਾ ਆਪਣਾ ਐਨਾਲਿਟਿਕ ਇੰਜਨ ਕੰਪਿਊਟਰ ਹੀ ਇਹ। ਆ ਗਿਆ ਜੀ ਭਾਈ ਇਹਦੀ ਫੋਟੋ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਪੰਚ ਕਾਰਡ। ਪ੍ਰਸ਼ਨ ਡਾਇਰੈਕਟਰ ਬਸ ਇੱਥੇ ਪੁੱਛਿਆ ਕਿ ਪੰਚ ਕਾਰਡ ਦੀ ਖੋਜ ਕਿਹਨੇ ਕੀਤੀ ਸੀ। ਹਰਮਨ ਹੌਲੈਥ ਨੇ ਕਿਹਦੀ ਖੋਜ ਕਰੀ ਸੀ, ਪੰਚ ਕਾਰਡ ਦੀ। ਪ੍ਰਸ਼ਨ ਡਾਇਰੈਕਟਰ ਪੁੱਛਿਆ ਜਾਣਾ ਕਿ ਪੰਚ ਕਾਰਡ ਦੀ ਖੋਜ ਕਿਹਨੇ ਕੀਤੀ ਸੀ, ਹਰਮਨ ਨੇ। ਬਸ ਆਹ ਭਾਈ ਪੰਚ ਕਾਰਡ ਜੀ, ਚਿੱਪਾਂ ਕਹਿੰਦੇ ਨੇ, ਚਿੱਪ ਕਹਿੰਦੇ ਨੇ, ਉਹ ਪੰਚ ਕਾਰਡ ਵਰਗੀ ਚਿੱਪ ਹੀ ਸੀ ਇਹ, ਇਹਨੂੰ ਪੰਚ ਕਾਰਡ ਕਹਿੰਦੇ ਨੇ। ਫੋਟੋ ਦੇਖ ਲਓ ਨਾਲ, ਫੋਟੋ ਤਾਂ ਦਿਖਾਉਣਾ ਕਿ ਯਾਦ ਰਹਿ ਜਾਂਦੀ ਹੈ। ਇਸ ਤੋਂ ਬਾਅਦ ਆ ਗਿਆ ਆਪਣਾ ਕਿ ਫਸਟ ਇਲੈਕਟ੍ਰੋਨਿਕ ਕੰਪਿਊਟਰ। ਫਸਟ ਇਲੈਕਟ੍ਰੋਨਿਕ ਕੰਪਿਊਟਰ ਕਿਹੜਾ ਸੀ ਆਪਣਾ, ਫਸਟ ਆਪਣਾ ਕਿਹੜਾ ਸੀ, 1942 ਵਿੱਚ ਹਾਰਵਰਡ ਯੂਨੀਵਰਸਿਟੀ ਦੇ HI ਕਾਨ ਨੇ ਇੱਕ ਕੰਪਿਊਟਰ ਦਾ ਨਿਰਮਾਣ ਕੀਤਾ ਸੀ। ਇਹ ਕੰਪਿਊਟਰ ਦਾ ਕੀ ਨਾਮ ਹੈ ਬੱਚੋ, ਐਨੀਵੇਕ। ਐਨੀਵੇਕ ਦੇ ਵਿੱਚ ਕੀ ਪੁੱਛਿਆ ਜਾਊਗਾ, ਐਨੀਵੇਕ ਦੇ ਵਿੱਚ ਕੀ ਪੁੱਛਿਆ ਜਾਊਗਾ, ਦੇਖੋ ਐਨੀਵੇਕ ਦੀ ਫੁੱਲ ਫਾਰਮ ਇਲੈਕਟ੍ਰੋਨਿਕ ਨਮੈਰੀਕਲ ਇੰਟੀਗ੍ਰੇਟਡ ਐਂਡ ਆਟੋਮੈਟਿਕ ਕੰਪਿਊਟਰ। ਦੇਖੋ ਬੱਚੋ, ਇਹਦੇ ਵਿੱਚ ਨਾ ਬੀ ਗਲਤੀ ਨਾ ਪੈ ਗਿਆ। ਠੀਕ ਹੈ, ਬੀ ਗਲਤੀ ਨਾ ਪੈ ਗਿਆ, ਇਹਦਾ ਆਨਸਰ ਹੈਗਾ ਐਨੀਏਕ। ਓਕੇ ਜੀ, ਐਨੀਏਕ ਦੀ ਫੁੱਲ ਫਾਰਮ ਕੀ ਹੈ ਬੱਚੋ, ਇਲੈਕਟ੍ਰੋਨਿਕ ਨਮੈਰੀਕਲ ਇੰਟੀਗ੍ਰੇਟਡ ਆਟੋਮੈਟਿਕ ਕੰਪਿਊਟਰ। ਆਟੋਮੈਟਿਕ ਕੰਪਿਊਟਰ ਅਲੱਗ ਲਿਖ ਲਓ, ਐਨੀਏਕ ਅਭੀ ਹੈ ਨਹੀਂ ਇਹਦੇ ਵਿੱਚ। ਇਲੈਕਟ੍ਰੋਨਿਕ ਨਮੈਰੀਕਲ ਇੰਟੀਗ੍ਰੇਟਡ ਅਤੇ ਏ ਦੀ ਫੁੱਲ ਫਾਰਮ ਕੀ ਹੈ, ਆਟੋਮੈਟਿਕ ਕੰਪਿਊਟਰ। ਓਕੇ ਜੀ, ਇਹਦੀ ਫੁੱਲ ਫਾਰਮ ਹੈ। ਇਸ ਤੋਂ ਕਿ ਜ਼ਿਆਦਾ ਹੋ ਗਿਆ ਫਸਟ ਇਲੈਕਟ੍ਰੋਨਿਕ ਕੰਪਿਊਟਰ ਆ ਭਾਈ ਆਪਣਾ ਐਨੀਏਕ ਦੀ ਫੁੱਲ ਫਾਰਮ ਹੀ ਪੁੱਛੀ ਜਾਊ ਜ਼ਿਆਦਾਤਰ, ਹੋਰ ਕੁਛ ਨਹੀਂ ਪੁੱਛਿਆ ਜਾਊਗਾ, ਇਹਦੀ ਫੁੱਲ ਫਾਰਮ ਹੀ ਪੁੱਛੀ ਜਾਂਦੀ ਹੁੰਦੀ ਹੈ। ਆਹ ਭਾਈ ਐਨੀਏਕ ਹੈ, ਦੇਖ ਲਓ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਫਸਟ ਸਟੋਰੇਜ ਕੰਪਿਊਟਰ। ਉਹ ਕੰਪਿਊਟਰ ਆ ਬੱਚੋ ਇਹ ਜਿਹਦੇ ਵਿੱਚ ਪਹਿਲੀ ਵਾਰ ਸਟੋਰ ਕੀਤਾ ਗਿਆ ਸੀ। ਕਿਹਦੇ ਵਿੱਚ ਸਟੋਰੇਜ ਆਈ ਸਭ ਤੋਂ ਪਹਿਲਾਂ, ਇਹ ਆਈ ਸੀ ਐਡਸੈਕ ਦੇ ਵਿੱਚ ਪਹਿਲੀ ਵਾਰ। ਬਸ ਇਹੀ ਪੁੱਛਿਆ ਜਾਊਗਾ ਕਿ ਪਹਿਲੀ ਵਾਰ ਸਭ ਤੋਂ ਪਹਿਲਾਂ ਸਟੋਰੇਜ ਕਿਹਦੇ ਵਿੱਚ ਕੀਤੀ ਗਈ ਸੀ। ਸਭ ਤੋਂ ਪਹਿਲਾਂ ਸਟੋਰੇਜ ਭਾਈ ਆਉਣ ਲੱਗੀ ਸੀ, ਚੀਜ਼ ਆਪਾਂ ਸਟੋਰ ਕਰਕੇ ਰੱਖ ਸਕਦੇ ਹੋ, ਕਰ ਸਕਦੇ ਸੀ ਆਪਾਂ ਐਡਸੈਕ ਦੇ ਵਿੱਚ। ਐਡਸੈਕ ਦੀ ਫੁੱਲ ਫਾਰਮ ਕੀ ਹੈ, ਇਲੈਕਟ੍ਰੋਨਿਕ ਡਿਲੇ ਸਟੋਰੇਜ ਆਟੋਮੈਟਿਕ ਕੰਪਿਊਟਰ। ਠੀਕ ਹੈ, ਐਡਸੈਕ ਦੀ ਫੁੱਲ ਫਾਰਮ ਹੀ ਪੁੱਛੀ ਜਾਊ। ਅਤੇ ਕੇਰ 'ਚ ਇਹ ਪੁੱਛਿਆ ਜਾਊਗਾ ਕਿ ਭਾਈ ਕਿਹੜਾ ਪਹਿਲਾ ਕੰਪਿਊਟਰ ਜਿਹਦੇ ਵਿੱਚ ਆਪਾਂ ਕੋਈ ਚੀਜ਼ ਸਟੋਰ ਕਰਕੇ ਰੱਖ ਸਕਦੇ ਸੀ। ਇਸ ਤੋਂ ਬਾਅਦ ਆ ਗਿਆ ਯੂਨੀਵੇਕ। ਯੂਨੀਵੇਕ ਦਾ ਵੀ ਕੀ ਪੁੱਛਿਆ ਜਾਣਾ ਹੈਗਾ, ਯੂਨੀਵੇਕ ਦੀ ਸਿਰਫ ਫੁੱਲ ਫਾਰਮ ਪੁੱਛੀ ਜਾਣੀ ਹੈ। ਯੂਨੀਵੇਕ ਦੀ ਫੁੱਲ ਫਾਰਮ ਕੀ ਹੈ, ਯੂਨੀਵਰਸਲ ਆਟੋਮੈਟਿਕ ਕੰਪਿਊਟਰ। ਬਸ ਯੂਨੀ ਦਾ ਮਤਲਬ ਇਕੱਠੀ ਕਰਤਾ, ਯੂਨੀ ਦਾ ਮਤਲਬ ਆ ਗਿਆ ਯੂਨੀਵਰਸਲ। ਇਹ ਪਹਿਲਾਂ ਕੰਪਿਊਟਰ ਦੇ ਰੂਪ ਵਿੱਚ ਆਇਆ ਸੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕੰਪਿਊਟਰ ਜਨਰੇਸ਼ਨ ਦੀ। ਬੱਚੋ ਦੇਖੋ, ਕੰਪਿਊਟਰ ਫਸਟ ਜਨਰੇਸ਼ਨ ਕੰਪਿਊਟਰ, ਦੇਖੋ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਤੁਹਾਨੂੰ ਆਹ ਚੀਜ਼ ਅਲੱਗ-ਅਲੱਗ ਮਿਲੂਗੀ। ਤੁਸੀਂ 10 ਕਿਤਾਬਾਂ ਚੱਕ ਲਓ, 10 ਕਿਤਾਬਾਂ ਦੇ ਵਿੱਚ ਤੁਹਾਨੂੰ ਕੋਈ ਵੀ ਅੰਕੜਾ ਸੇਮ ਨਹੀਂ ਮਿਲਣਾ। ਆਹ ਚੀਜ਼ ਤੁਹਾਨੂੰ ਅਲੱਗ-ਅਲੱਗ ਮਿਲੂਗੀ। ਓਕੇ ਜੀ, ਤਾਂ ਕਰਕੇ ਬਸ ਤੁਸੀਂ ਆਪਦੇ ਅੰਦਾਜ਼ੇ ਨਾਲ ਚੱਲਣਾ ਗਾ, ਕਿਉਂਕਿ ਜਿਹੜਾ ਵੀ ਆਪਰੇਸ਼ਨ ਪਾਊਗਾ, ਜੇ ਉਹਨਾਂ ਨੇ ਪਹਿਲੀ ਜਨਰੇਸ਼ਨ ਪੁੱਛਿਆ ਤਾਂ ਆਪਾਂ 1940 ਜਾਂ 1956 ਦੇ ਵਿੱਚ ਜੀ ਪੁੱਛ ਸਕਦਾ। ਅੰਦਾਜ਼ੇ ਨਾਲ ਟਿਕ ਲਾਉਣੀ ਹੈ ਤੁਸੀਂ ਜਿਹੜੀਆਂ ਮਰਜ਼ੀ ਬੁੱਕਾਂ ਚੱਕ ਲਓ। ਜੇ ਤੁਹਾਨੂੰ ਯਕੀਨ ਨਹੀਂ ਹੈਗਾ ਤਾਂ ਸਾਰਿਆਂ ਦੇ ਵਿੱਚ ਭਾਈ ਤੁਹਾਨੂੰ ਜਨਰੇਸ਼ਨਾਂ ਕੰਪਿਊਟਰ ਅਲੱਗ-ਅਲੱਗ ਮਿਲਣਗੀਆਂ। ਕੋਈ ਇੱਕ ਜਨਰੇਸ਼ਨ ਨੂੰ ਸਮਝ ਲਓ, ਜਿਵੇਂ ਆਹ ਜਨਰੇਸ਼ਨ ਆਪਣੀ ਇਹਨੂੰ ਸਮਝ ਲਓ, ਇਹ ਨਾਲ ਦੀ ਮਿਲਦੀ ਜੁਲਦੀ ਮਤਲਬ ਆਪਸ਼ਨ ਤੁਸੀਂ ਲਾ ਦਿਓ ਜਿਹੜੀ ਨੇੜੇ ਜੇ ਹੋਵੇ ਇਹਦੇ। ਠੀਕ ਹੈ,
सब तो पहला फस्ट जनरेशन के की किया गया सी बच्चों, यूनीवैक फस्ट, यूनीवैक पहला यूनीवर्सल आटोमैटिक कंप्यूटर, ठीक है। तो ये पहली जनरेशन कंप्यूटर से इस वैक्यूम ट्यूब का यूज किया गया सी, ठीक है। किहदा यूज किया गया सी दसो बच्चों, वैक्यूम ट्यूब का यूज किया गया सी। तो इसी लैंगुएज किहड़ी सी, मशीनी लैंगुएज सी। ये पंच कार्ड का भी प्रयोग किया गया सी। उदाहरण किहड़ियां ने, इनिएक इलैक्ट्रॉनिक न्यूमेरिकल इंटीग्रेटेड आटोमैटिक कंप्यूटर। यूनीवैक का की मतलब सी, यूनीवर्सल आटोमैटिक कंप्यूटर एंड मार्क 1। इसलिए इसका भी प्रयोग किया जाता कमरा ठंडा करने वास्ते। ये कम दी चीज़ां किहड़ियां समझ लो। एक ऑपरेशन ये है, पहली जनरेशन कंप्यूटर के चीज़ यूज की जाती सी, वैक्यूम ट्यूब। दूसरी लैंगुएज किहड़ी सी, मशीन लैंगुएज, ठीक है। बस इन्हां दी फुल फॉर्म याद कर लो, ठीक है। बस आ चीज़ पूछी जाओ, होर कुछ नहीं पूछा जाना। एक फस्ट जनरेशन का टाइम पीरियड भी याद कर लो, ओके जी। इस तो बाद आ गया आप सैकेंड जनरेशन ते। सैकेंड जनरेशन कंप्यूटर ये किस पीढ़ी का सी, दूसरी पीढ़ी का सी, 55 तो 64 तक चलिया। इसलिए पहले की किया जाता सी यूज, वैक्यूम ट्यूब। पर ऐतकी ने वैक्यूम ट्यूब विचों कढ़ती, उहदे थां ते की यूज करन लगे, ट्रांसजिस्टर। ट्रांसजिस्टर का की मतलब सी, इहदे नाल जिहड़ी इहदी स्पीड सी थोड़ी जी अप हो गई सी, ठीक है जी। इस विच मैगनैटिक डिस्क, मैगनैटिक डिस्क किहड़ी हुंदी है पहलां तुहानूं ये दसदा बच्चों। मैगनैटिक डिस्क, एक मैगनैटिक टेप भी सुनी हो तुसीं, टेप जिहड़ियां आप डिक्क नहीं हुंदियां, पहलां डिक्क हुंदे ने, डिक्क दे विच अपने कैसटां ने रीलां दियां, ਉਹਦੇ ਵਿੱਚ एक रील जी घूमती हुंदी सी, ਉਹਨੂੰ ਆਪਾਂ मैगनैटिक टैप कहते हैं। मैगनैटिक डिस्क भी ਉਹਦੇ ਨਾਲ रिलेटेड हैगी, ठीक है जी। इस ਵਿੱਚ ਕਿਹੜੀ ਵਰਤ ਇਹਦੇ ਵਿੱਚ यूज करी गई सी बच्चों, असैंबली लैंगुएज। आ भी तुसीं याद कर लो, IBM। वैसे ਇਹਦੇ 'ਚ इंपोर्टेंट चीज़ां सब तो दसां, दो चीज़ां याद करी चलो। एक ਇਹਦੇ 'ਚ IC ਦੀ ਕਿਹੜੀ यूज ਕੀਤੀ ਜਾਂਦੀ, ਪਹਿਲੀ ਦੇ ਵਿੱਚ वैक्यूम ट्यूब यूज ਕੀਤਾ ਜਾਂਦਾ ਸੀ, ਦੂਜੇ ਦੇ ਵਿੱਚ ਕੀ यूज ਕਰਨ ਲੱਗ ਗਏ ਸੀ ਬੱਚੇ, दूजे ਵਿੱਚ ट्रांजिस्टर। पहले जो मशीन लैंगुएज सी, दूजे च असैंबली लैंगुएज सी। लैंगुएज भी नहीं भुलणियां, ठीक है। इस तो बाद आप आ गए भाई थर्ड जनरेशन ते। थर्ड जनरेशन के सी, ये कंप्यूटर शुरू हो गया 1965 तो 1974 तक। इस कंप्यूटर के काहदा प्रयोग किया जाता सी, IC दे विच। पहली दे विच तां वैक्यूम ट्यूब सी, दूसरी दे विच की सी, ट्रांसजिस्टर। तीसरी जनरेशन के की यूज कर लगे सी, IC की फुल फॉर्म की है, इंटीग्रेटेड सर्किट। आप कहते नहीं, आप जो भी कोई अपनी चीज़ खराब हो जाए, आप कहने AC मच गया, ठीक है। AC मच गया, AC नहीं होंदा, AC नहीं मचा होंदा ਉਹਦਾ। मैं भी ਹੁਣ तक कहना होंदा, जिन्होंने पता नहीं होंदा जी कि जो कोई TV टूवी खराब हो जाए, कहते AC मच गया, मोबाइल का भी AC 'ਚ पानी पै गया। वो AC होंदा, IC होंदा गा, ठीक है। IC होंदा गा। IC का मतलब की होंदा गा, इंटीग्रेटेड सर्किट। IC बनया कहदा होंदा गा, IC ये सिलिकॉन की बनी होंदी है बच्चों। पेशेंट डायरेक्ट पूछा जाता कि जो इंटीग्रेटेड सर्किट है ये किहड़ी धातु का बनया होंदा, सिलिकॉन का बनया हुआ होंदा। किहने खोज करी सी जी, JS किल्बी ने खोज करी सी। तो इस विच रैम का भी प्रयोग किया। रैम की फुल फॉर्म देख लो, रैंडम एक्सैस मैमरी। आप कहने दिंदे, आप वग जाने दुकान पर चक के मूँह कह देंगे भाई मोबाइल दे दे, किहड़ा 4 रैम, किहड़ा मोबाइल तेरे को 464 हैगा। 4 तो भी मेरे मोबाइल की रैम है, 64 ਇਹਦੀ रोम है। आप जाते नहीं दुकान पर, आप कहते किन्ना भाई मोबाइल, दस भाई ये बारे असीं लैणा गा। वो दुकान वाला आपको कहना भाई 4 GB तो ये की हैगी, रैम है, तो 64 GB की रोम है। रोम का की मतलब होंदा बच्चों, रीड ओनली मैमरी। तो रैम का की मतलब होंदा, रैंडम एक्सैस मैमरी, ओके जी। ये पहली बार रैम की वरतों की गई सी। तो ये किहड़ी लैंगुएज सी, ये हाई लेवल लैंगुएज सी। बस पहले दे किहड़ी सी, मशीन, दूजे असैंबली, तीसरे दे हाई लेवल। पहले दे वैक्यूम ट्यूब, दूजे दे ट्रांजिस्टर, तीसरे IC। हुण आ गया आप चौथे ते, फोर्थ जनरेशन कंप्यूटर 1975 लैके 1999 तक। इस विच सब तो पहला LSI का प्रयोग किया गया, ये BLSI का भी प्रयोग किया गया। LSI तो BSI का प्रयोग किया गया सी फोर्थ जनरेशन के। फुल फॉर्म डायरैक्ट पूछे जाते हैं कि LSI की फुल फॉर्म दसो या BLSI की फुल फॉर्म दसो। वेरी लार्ज स्केल इंटीग्रेशन, लार्ज स्केल इंटीग्रेशन, ठीक है। बस ये चीज़ याद करनी है तुसी। ये कि यूज, ये की यूज किए जान लग गए, माइक्रो प्रोसैसर, ठीक है। पहले दे की यूज करते सी बच्चों आप, वैक्यूम ट्यूब, दूसरे ट्रांजिस्टर, तीसरे IC, चौथे दे माइक्रो प्रोसैसर। माइक्रो जो IC नहीं सी, इत्थे IC नहीं आना, माइक्रो प्रोसैसर, हाँ IC आऊगा। इत्थे IC तो इत्थे आ गए माइक्रो प्रोसैसर,
ਯੂਜ ਕਰਨ ਲੱਗ ਗਏ ਸੀ ਆਪਾਂ। ਓਕੇ ਜੀ। ਅਤੇ ਇਹਦੇ 'ਚ ਕਿਹੜੀ ਲੈਂਗੁਏਜ ਵਰਤਣ ਲੱਗ ਗਏ ਸੀ ਆਪਾਂ? ਇਹਦੇ 'ਚ ਵਰਤਣ ਲੱਗ ਗਏ ਸੀ ਸੀ ਲੈਂਗੁਏਜ। ਸੀ ਲੈਂਗੁਏਜ ਆਪਾਂ ਕਿਹੜੀ ਜਨਰੇਸ਼ਨ ਦੇ ਵਿੱਚ ਜਾ ਕੇ ਵਰਤਣ ਲੱਗੇ ਹਾਂ? 4th ਜਨਰੇਸ਼ਨ ਦੇ ਵਿੱਚ ਜਾ ਕੇ ਆਪਾਂ ਸੀ ਲੈਂਗੁਏਜ ਵਰਤਣ ਲੱਗ ਗਏ ਸੀ। ਯਾਦ ਕਰਨਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਦੇਖ ਲਓ। ਇੱਕ ਤਾਂ ਇਹਦੀਆਂ ਦੋਨਾਂ ਦੀਆਂ ਫੁੱਲ ਫਾਰਮ, ਤੀਜਾ ਮਾਈਕਰੋ ਪ੍ਰੋਸੈਸਰ, ਇੱਕ ਆਹ ਸੀ ਲੈਂਗੁਏਜ, ਠੀਕ ਹੈ। ਅਤੇ ਆਹ ਫੋਰਟੈਨ ਵੀ। ਫੋਰਟੈਨ ਦੀ ਫੁੱਲ ਫਾਰਮ ਬਹੁਤ ਵਾਰੀ ਪੁੱਛੀ ਗਈ। ਫੋਰਟੈਨ ਇੱਕ ਭਾਸ਼ਾ ਹੈਗੀ, ਉਹਦੀ ਫੁੱਲ ਫਾਰਮ ਕੀ ਹੈ? ਫਾਰਮੂਲਾ ਟਰਾਂਸਲੇਸ਼ਨ। ਓਕੇ ਜੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ 5th ਜਨਰੇਸ਼ਨ। 5th ਜਨਰੇਸ਼ਨ ਦੇ ਵਿੱਚ ਕੰਪਿਊਟਰ 5th ਜਨਰੇਸ਼ਨ ਦੇ ਵਿੱਚ ਕਿਹੜੇ ਕੰਪਿਊਟਰ ਆ ਜਾਂਦੇ ਆ? ਐਟ ਪ੍ਰੈਜੈਂਟ, ਠੀਕ ਹੈ। ਕਿਹੜੇ ਕੰਪਿਊਟਰ ਆ ਜਾਂਦਾ? ਐਟ ਪ੍ਰੈਜੈਂਟ। ਇਹਦੇ ਵਿੱਚ ਕਿਹੜੀ ਚੀਜ਼ ਦਾ ਯੂਜ ਕੀਤਾ ਜਾਂਦਾ ਬੱਚੋ? ਇਹਦੇ ਵਿੱਚ ਯੂਜ ਕੀਤਾ ਜਾਂਦਾ IA ਦਾ। ਇਹ AI ਲਿਖਣ ਵਾਸਤੇ ਜਿਹੜੇ ਆਪਾਂ ਨੋਟਸ ਸੀ ਇਹਦੇ ਵਿੱਚ ਲਿਖਣਾ ਰਹਿ ਗਿਆ। ਇਹ 5th ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕਾਹਦਾ ਪ੍ਰਯੋਗ ਕੀਤਾ ਜਾਂਦਾ ਹੈਗਾ? AI ਦਾ। AI ਦੀ ਫੁੱਲ ਫਾਰਮ ਕੀ ਹੈ ਬੱਚੋ? ਆਰਟੀਫਿਕਲ ਇੰਟੈਲੀਜੈਂਸ। ਹੁਣ ਆਪਾਂ ਦੇਖਦੇ ਹਾਂ, ਹੁਣ ਕਈ ਦੇਸ਼ਾਂ ਦੇ ਵਿੱਚ ਜਿਵੇਂ ਚੀਨ ਹੋ ਗਿਆ, ਜਿਵੇਂ ਬੈਂਗਲੁਰੂ ਉੱਧਰਲੇ ਪਾਸੇ ਨਾ ਰੋਬਟ ਬਣਾਇਆ। ਰੋਬਟ ਦਾ ਤੁਸੀਂ ਦੇਖਦੇ ਜਾਣਦੇ ਹੋਗੇ ਰੋਬਟ ਕੀ ਹੁੰਦਾ ਹੈਗਾ। ਰੋਬਟ ਫਿਲਮ ਵੀ ਦੇਖੀ ਤੁਸੀਂ। ਰੋਬਟ ਉਹ ਹੁੰਦਾ ਇੱਕ ਕੰਪਿਊਟਰ ਸਿਸਟਮ ਹੁੰਦਾ ਵੀ, ਇਹਦੇ ਵਿੱਚ ਸਾਰਾ ਪ੍ਰੋਗਰਾਮ ਸੈੱਟ ਕੀਤਾ ਗਿਆ ਹੁੰਦਾ ਕਿ ਇਹ ਭਾਸ਼ਾ ਵੀ ਸਮਝ ਸਕੇ, ਸਾਰਾ ਕੁਛ ਸਮਝ ਸਕੇ। ਜਿਹੜਾ ਬੱਚੋ ਇਹ ਰੋਬਟ ਹੁੰਦਾ ਗਾ, ਇਹਦਾ ਇੱਕ ਬੰਦੇ ਦੀ ਸ਼ਕਲ ਦੇ ਦਿੰਦੇ, ਜਾਂ ਇਹਨੂੰ ਕਿਸੇ ਕੁੱਤੇ ਬਿੱਲੀ ਦੀ ਸ਼ਕਲ ਦੇ ਦਿੰਦੇ, ਕਿਸੇ ਵੀ ਸ਼ਕਲ ਦੇ ਦਿੰਦੇ ਇਹਨੂੰ। ਇੱਕ ਮਤਲਬ ਦੇਖਣ ਦੇ ਵਿੱਚ ਇਹ ਇੱਕ ਬੰਦਿਆਂ ਨੂੰ ਕਰਦਾ। ਭੋਪਾਲ ਦੇ ਵਿੱਚ ਵੀ ਸ਼ਾਇਦ ਇੱਕ ਰੋਬਟ ਲਾਇਆ ਸੀ, ਉਹ ਲਾਇਆ ਸੀ ਸੜਕ ਦੇ ਵਿਚਾਲੇ ਖੜਾਤਾ ਸੀ ਉਹਨੂੰ। ਉਹਦਾ ਕੀ ਕੰਮ ਸੀ? ਉਹਦੇ ਵਿੱਚ ਸੈਂਸਰ ਲੱਗੇ ਹੋਏ ਸੀ। ਜਿਵੇਂ ਦੇਖੋ ਸੈਂਸਰ ਕਿਵੇਂ ਲੱਗੇ, ਜਿਵੇਂ ਕਿ ਆਹ ਸੜਕ ਹੈਗੀ, ਠੀਕ ਹੈ। ਇੱਧਰੋਂ ਸੜਕ ਆਈ ਜਾਂਦੀ ਹੈ, ਇੱਧਰੋਂ ਸੜਕ, ਇੱਧਰੋਂ ਸੜਕ, ਇੱਧਰੋਂ ਸੜਕ। ਇਹ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਬਣਾਇਆ ਸੀ, ਠੀਕ ਹੈ। ਕਾਹਨੂੰ? ਟ੍ਰੈਫਿਕ ਨੂੰ ਕੰਟਰੋਲ ਕਰਨ। ਇਹ ਦੱਸਦਾ ਸੀ ਕਿ ਭਾਈ ਤੁਸੀਂ ਹੁਣ ਇੱਧਰੋਂ ਮੁੜ ਜਾਓ, ਤੁਸੀਂ ਹੁਣ ਇੱਧਰੋਂ ਮੁੜ ਜਾਓ, ਤੁਸੀਂ ਹੁਣ ਆ ਜਾਓ, ਆਹ ਰੁਕ ਜਾਓ, ਆਹ ਜਾਓ, ਠੀਕ ਹੈ। ਐਂ ਜਿਵੇਂ ਇੱਕ ਟ੍ਰੈਫਿਕ ਪੁਲਿਸ ਵਾਲੇ ਦਾ ਕੰਮ ਹੁੰਦਾ, ਤਾਂ ਉਵੇਂ ਜਿਵੇਂ ਇੱਕ ਕੀ ਲਾਇਆ ਸੀ? ਰੋਬਟ ਲਾਇਆ ਸੀ। ਓਕੇ ਜੀ। ਉਹਦੇ ਵਿੱਚ ਕਿਹੜੀ ਚੀਜ਼ ਯੂਜ ਕੀਤੀ ਜਾਂਦੀ ਹੈ? ਉਹਦੇ ਵਿੱਚ ਯੂਜ ਕੀਤੀ ਜਾਂਦੀ ਹੈ ਆਰਟੀਫਿਕਲ ਇੰਟੈਲੀਜੈਂਸ। ਇਹ ਕਿਹੜੇ ਜਨਰੇਸ਼ਨ ਦੇ ਵਿੱਚ ਯੂਜ ਕੀਤੀ ਜਾਂਦੀ ਹੈ? 5th ਜਨਰੇਸ਼ਨ। 5th ਜਨਰੇਸ਼ਨ ਕਿਹੜੀ ਹੈ? ਅੱਜ ਦੀ, ਜਿਹੜੀ ਅੱਜ ਦੇ ਟਾਈਮ ਦੇ ਵਿੱਚ ਚੱਲ ਰਹੀ ਹੈ ਜਨਰੇਸ਼ਨ। ਆਪਾਂ ਕਿਹੜੀ ਜਨਰੇਸ਼ਨ ਦੇ ਵਿੱਚ ਆਉਣੇ ਜੀ? ਆਪਾਂ ਆਉਣੇ 5th ਜਨਰੇਸ਼ਨ ਦੇ ਵਿੱਚ। ਇਹਦੇ ਵਿੱਚ ਕੀ ਚੀਜ਼ ਯੂਜ ਕੀਤੀ ਗਈ ਹੈ 5th ਦੇ ਵਿੱਚ? ਇਹਦੇ ਵਿੱਚ ਯੂਜ ਕੀਤਾ ਗਿਆ ਬੱਚੋ ULSI, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਹੁਣ BLSI ਜਿਹਨਾਂ ਮੈਂ ਉਲਝ ਜੋ, ਇਹਦਾ ਮਤਲਬ ਹੁੰਦਾ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਇਹਦੇ ਵਿੱਚ ਅਲਟਰਾ ਲਾਰਜ ਹੈ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਵਿੱਚ CD ਦੀ ਵੀ ਵਰਤੋਂ ਕੀਤੀ ਗਈ ਸੀ। CD ਆਪਾਂ ਕਹਿ ਦਿੰਦੇ ਹਾਂ ਭਾਈ, ਅੱਗੇ ਆਪਾਂ ਲੈ ਕੇ ਨਹੀਂ ਕਿਰਾਏ 'ਤੇ ਲੈ ਕੇ CD ਨੇ ਕੈਸਟਾਂ ਫਿਲਮਾਂ ਦੇਖਣ ਵਾਸਤੇ ਆਪਾਂ ਕਹਿੰਦੇ CD ਦੀ ਕੈਸਟ ਲੈ ਕੇ ਗਏ ਯਾਰ, ਬਈ ਆਹ ਚੀਜ਼ CD ਦੇ ਵਿੱਚ ਪਾ ਦੇ। ਆਪਾਂ ਕਹਿ ਤਾਂ ਦਿੰਦੇ ਹਾਂ CD ਪਰ CD ਦੀ ਫੁੱਲ ਫਾਰਮ ਕਿਸੇ ਨੂੰ ਪਤਾ ਹੈਗਾ? CD ਦੀ ਫੁੱਲ ਫਾਰਮ ਹੁੰਦੀ ਹੈ ਬੱਚੋ ਕੰਪੈਕਟ ਡਿਸਕ। ਓਕੇ ਬੱਚੋ। ਕੀ ਹੁੰਦੀ ਹੈ CD ਦੀ ਫੁੱਲ ਫਾਰਮ? ਕੰਪੈਕਟ ਡਿਸਕ। ਦੇਖੋ ਜਿਹੜੀ ਕੰਪੈਕਟ ਡਿਸਕ ਹੁੰਦੇ, ਇੱਕ ਤੁਸੀਂ ਸੁਣਿਆ ਹੋਊ DVD, ਇੱਕ ਤੁਸੀਂ ਸੁਣਿਆ ਹੋਊਗਾ DVD। ਇਹ ਹਾਂ ਸੱਚ ਇੱਕ ਵੀ ਸੁਣਿਆ। CD ਦੀ ਰੈਮ ਕਿੰਨੀ ਹੁੰਦੀ ਹੈ ਦੱਸੋ? CD ਦੀ ਮੈਮਰੀ ਕਿੰਨੀ ਹੁੰਦੀ ਹੈ? CD ਦੀ ਮੈਮਰੀ ਹੁੰਦੀ ਹੈ ਬੱਚੋ 700 MB, ਠੀਕ ਹੈ। ਅਤੇ ਜਿਹੜੀ DVD ਹੁੰਦੀ ਹੈ ਇਹਦੀ ਹੁੰਦੀ ਹੈ 4 GB ਦੇ ਨੇੜੇ। ਓਕੇ। DVD ਦੀ ਫੁੱਲ ਫਾਰਮ ਕੀ ਹੈ? ਪਹਿਲਾਂ DVD ਦੀ ਫੁੱਲ ਫਾਰਮ ਹੁੰਦੀ ਸੀ ਬੱਚੋ ਡਿਜੀਟਲ ਵੀਡੀਓ ਡਿਸਕ। ਪਰ ਜੇ ਹੁਣ ਆਪਾਂ ਨੂੰ ਇਹ ਆਪਸ਼ਨ ਮਿਲ ਗਈ ਫਿਰ ਤਾਂ ਆਪਾਂ ਟਿਕ ਲਾ ਦਿਓ। ਜੇ ਆਪਾਂ ਨੂੰ ਇਹਦੇ ਨਾਲ ਆਹ ਆਪਸ਼ਨ ਮਿਲ ਗਈ ਡਿਜੀਟਲ ਵਰਸਾਟਾਈਲ ਡਿਸਕ, ਤਾਂ ਫਿਰ ਆਪਾਂ ਆਹ ਆਪਸ਼ਨ ਲਾਵਾਂਗੇ। ਫਿਰ ਆਪਾਂ ਡਿਜੀਟਲ ਵੀਡੀਓ ਡਿਸਕ ਨਹੀਂ ਲਾਵਾਂਗੇ, ਠੀਕ ਹੈ ਜੀ। ਹੁਣ ਇਹਨੂੰ ਸਹੀ ਕਰਨ ਲੱਗ ਗਏ, ਇਹਨੂੰ ਗਲਤ ਕਰਨ ਲੱਗ ਗਏ। ਅੱਗੇ ਪੇਪਰਾਂ ਦੇ ਵਿੱਚ ਪਹਿਲੇ ਦੀ ਫੁੱਲ ਫਾਰਮ ਡਿਜੀਟਲ ਵੀਡੀਓ ਡਿਸਕ ਹੀ ਹੁੰਦੀ ਸੀ। ਓਕੇ ਜੀ। ਇਹ ਹੋ ਗਿਆ। ਅਤੇ ਕੱਲ੍ਹ ਨੂੰ ਆਪਾਂ ਕਰਾਂਗੇ ਕੰਪਿਊਟਰ ਦਾ ਅੱਗੇ ਥੋੜ੍ਹਾ ਜਿਹਾ ਪਾਰਟ ਰਹੇਗਾ, ਅਤੇ ਇਹਦੇ MCQ। ਇੱਕ ਤੁਹਾਨੂੰ ਹੋਰ ਦੱਸਦਾ, ਕੰਪਿਊਟਰ ਨੂੰ 3 ਚੀਜ਼ਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਉਹ ਤੁਹਾਨੂੰ ਦੱਸ ਰਿਹਾ ਨੇ ਕਿਹੜੀਆਂ ਚੀਜ਼ਾਂ। ਕੰਪਿਊਟਰ ਨੂੰ 3 ਭਾਗਾਂ ਦੇ ਵਿੱਚ ਵੰਡਿਆ ਹੋਇਆ। ਇਹ ਗੱਲ ਯਾਦ ਰੱਖ ਲਿਓ, ਕੱਲ੍ਹ ਨੂੰ ਪਾਉਣਾ ਮੈਂ। ਕੰਪਿਊਟਰ ਨੂੰ ਕਿੰਨੇ ਭਾਗਾਂ 'ਚ ਵੰਡਿਆ ਹੋਇਆ? 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਗਿਆ। ਕਿਹੜੇ 3 ਭਾਗ? ਉਹ ਸਭ ਤੋਂ ਪਹਿਲਾਂ ਡਿਜੀਟਲ ਕੰਪਿਊਟਰ, ਇੱਕ ਹੁੰਦਾ ਐਨਾਲੌਗ ਕੰਪਿਊਟਰ, ਇੱਕ ਹੁੰਦਾ ਹਾਈਬ੍ਰਿਡ ਕੰਪਿਊਟਰ। ਯਾਦ ਕਰ ਲਓ ਬੱਚਿਓ, ਡਿਜੀਟਲ ਕੰਪਿਊਟਰ, ਐਨਾਲੌਗ ਕੰਪਿਊਟਰ, ਹਾਈਬ੍ਰਿਡ ਕੰਪਿਊਟਰ। ਇਹ ਤਿੰਨੇ ਕੰਪਿਊਟਰ ਦੇ ਹੀ ਭਾਗ ਹਨ, ਠੀਕ ਹੈ। ਹੁਣ ਆਪਾਂ ਕੱਲ੍ਹ ਨੂੰ ਇਹਦੇ ਬਾਰੇ ਡਿਸਕਸ ਕਰਾਂਗੇ ਐਨਾਲੌਗ ਕੰਪਿਊਟਰ ਦਾ ਕੀ ਕੰਮ ਹੈ, ਡਿਜੀਟਲ ਕੰਪਿਊਟਰ ਦਾ ਕੀ ਕੰਮ ਹੈ, ਹਾਈਬ੍ਰਿਡ ਕੰਪਿਊਟਰ ਦਾ ਕੀ ਕੰਮ ਹੈ। ਤੁਹਾਨੂੰ ਇੱਕ ਇਹ ਦੱਸ ਦੇਣਾ ਕਿ ਹਾਈਬ੍ਰਿਡ ਕੰਪਿਊਟਰ ਕਿਹਨੂੰ ਕਹਿੰਦੇ ਆ। ਡਿਜੀਟਲ ਪਲੱਸ ਐਨਾਲੌਗ, ਇਹਨਾਂ ਦੋਨਾਂ ਕੰਪਿਊਟਰਾਂ ਤੋਂ ਮਿਲ ਕੇ ਜਿਹੜਾ ਕੰਪਿਊਟਰ ਬਣਦਾ ਉਹਨੂੰ ਆਪਾਂ ਕਹਿੰਦੇ ਹਾਂ ਜੀ ਹਾਈਬ੍ਰਿਡ ਕੰਪਿਊਟਰ।
ਓਕੇ ਬੱਚਿਓ, ਹੁਣ ਦੇਖੋ ਕੰਪਿਊਟਰ 3 ਭਾਗ ਯਾਦ ਕਰ ਲਓ, ਕੱਲ੍ਹ ਇਹਦੇ ਰਿਲੇਟਡ ਹੀ ਗੱਲ ਕਰਾਂਗੇ ਤੁਹਾਨੂੰ, ਤਾਂ ਕਰਕੇ ਇੱਕ ਵਾਰ ਤੁਹਾਨੂੰ ਨਿਗਾਹ ਥਾਈ ਕਢਾਤਾ। ਤੇ ਰੀਜਨਲ ਲੈਕਚਰ ਤੁਹਾਨੂੰ ਅੱਜ ਸ਼ਾਇਦ ਸ਼ਾਮ ਨੂੰ ਮਿਲ ਜੂਗਾ, ਜੇ ਸ਼ਾਮ ਨੂੰ ਨਾ ਮਿਲਿਆ ਕੱਲ੍ਹ ਨੂੰ ਮਿਲ ਜੂਗਾ, ਕਿਉਂਕਿ ਦੇਖੋ ਰੀਜਨਿੰਗ ਦੇ 5 ਇਕਾਈਆਂ ਦਾ ਆਪਾਂ ਇੱਕ ਵੀਡੀਓ 'ਚ ਕਵਰ ਕਰਤੀਆਂ। ਆਪਣਾ ਹੋਰ ਕਿਹੜਾ ਹੋ ਗਿਆ, ਰੈਂਕਿੰਗ ਮੇਨ ਸੀ, ਰੈਂਕਿੰਗ ਵੀ ਹੋ ਗਈ। ਓਕੇ, ਡਾਇਰੈਕਸ਼ਨ ਵੀ ਆਪਣਾ ਮੇਨ ਸੀ, ਉਹ ਵੀ ਹੋ ਗਈ। ਕੈਲੰਡਰ ਰਹਿ ਗਈ ਇੱਕ ਆਪਣੀ, ਇੱਕ ਕਲੌਕ, ਇੱਕ ਬਲੱਡ ਰਿਲੇਸ਼ਨ, ਕਲੌਕ ਬਲੱਡ ਰਿਲੇਸ਼ਨ, ਇੱਕ ਉਹ ਹੁੰਦੀਆਂ ਸੁਭਾਵਨਾ ਜਿਹੀਆਂ ਹੁੰਦੀਆਂ ਗੀਆਂ, ਉਹ ਕਰਾਂਗੇ ਆਪਾਂ, ਪ੍ਰੋਬੇਬਿਲਿਟੀ, ਠੀਕ ਹੈ। ਅਤੇ ਇੱਕ ਡਾਟਾ ਇੰਟਰਪ੍ਰੇਟਰ। ਬਸ 1 2 3 4 5 ਇਕਾਈਆਂ ਰਹਿ ਗਈਆਂ। ਟੈਨਸ਼ਨ ਨਾ ਲਓ, ਰੀਜਨਲ ਦਾ ਸਿਲੇਬਸ ਆਪਣਾ ਘੱਟੋ ਘੱਟ ਪੂਰਾ ਜ਼ੋਰ ਲੱਗ ਜਾਏ, ਆਪਾਂ ਹੌਲੀ ਹੌਲੀ ਵੀ ਚੱਲੀਏ, 15 ਤੋਂ 18 ਦਿਨਾਂ ਦੇ ਵਿੱਚ ਆਪਾਂ ਨਿਬੇੜ ਦਾਂਗੇ ਰੀਜਨਿੰਗ ਦਾ ਵੀ, ਠੀਕ ਹੈ। ਅਤੇ ਕੈਲੰਡਰ ਤੁਹਾਨੂੰ ਬਈ ਕਰਵਾ ਦਿੰਦਾ ਮੈਂ ਇੱਕ ਦਿਨ ਤੱਕ, ਅਤੇ ਕੈਲੰਡਰ ਅਤੇ ਟੈਨਸ਼ਨ ਲਓ, ਕੱਲ੍ਹ ਨੂੰ ਐਂ ਨਹੀਂ ਪਤਾ ਰਾਤ ਸ਼ਾਮ ਨੂੰ ਕਲਾਸ ਲੱਗ ਜਾਏ, ਜਿਵੇਂ ਨੋਟਸ ਤਿਆਰ ਕਰਨੇ ਆ ਉਹਦੇ, ਅਤੇ ਤਾਂ ਕਰਕੇ ਆਹ ਤੁਸੀਂ ਯਾਦ ਕਰ ਲਓ ਭਾਈ ਚੰਗੀ ਤਰ੍ਹਾਂ, ਠੀਕ ਹੈ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।